प्यारे बच्चों सारिਆਂ ਨੂੰ गुड मॉर्निंग। ਅੱਜ ਅਸੀਂ ਪਾਠ 7ਵਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਬਾਰੇ ਚੰਗੀ ਤਰ੍ਹਾਂ ਪੜ੍ਹਾਂਗੇ। ਬੱਚਿਓ ਇਸ ਵਿੱਚ ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਅਤੇ ਉਹਨੇ ਕਿਸ ਤਰ੍ਹਾਂ ਹੌਲੀ ਹੌਲੀ ਕਰਕੇ ਭਾਰਤ ਦੇ ਰਾਜਨੀਤਿਕ ਅਵਸਥਾ ਦਾ ਲਾਭ ਉਠਾਉਂਦੇ ਹੋਏ ਭਾਰਤ ਵਿੱਚ ਆਪਣੇ ਪੈਰ ਪੱਕੇ ਕਰ ਲਏ। ਪਿਆਰੇ ਬੱਚਿਓ, ਇਹ ਸਾਡੇ ਪਾਠ ਪੁਸਤਕ ਦਾ ਪਹਿਲਾ ਜਿਹੜਾ ਪਾਠ ਹੈ 7ਵਾਂ, ਉਸ ਦਾ ਪਹਿਲਾ ਪੇਜ ਹੈ। ਜਦੋਂ ਅਸੀਂ ਅਗਲਾ ਪੇਜ ਵੇਖਾਂਗੇ ਤਾਂ ਇਸ ਵਿੱਚ ਫਰਾਂਸੀਸੀ ਈਸਟ ਇੰਡੀਆ ਕੰਪਨੀ ਬਾਰੇ, ਐਂਗਲੋ ਫਰਾਂਸੀਸੀ ਸੰਘਰਸ਼ ਬਾਰੇ ਦੱਸਿਆ ਗਿਆ ਹੈ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਅਗਲਾ ਪੇਜ ਕਰਾਂਗੇ ਅਤੇ ਇਸ ਵਿੱਚ ਕਰਨਾਟਕ ਦੇ ਯੁੱਧ ਬਾਰੇ ਦੱਸਿਆ ਗਿਆ ਹੈ। ਫਿਰ ਕਰਨਾਟਕ ਦਾ ਤੀਸਰਾ ਯੁੱਧ, ਉਸ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ। ਫਿਰ ਅਸੀਂ ਪਲਾਸੀ ਦੀ ਲੜਾਈ ਬਾਰੇ ਪੜ੍ਹਾਂਗੇ। ਫਿਰ ਬਕਸਰ ਦੀ ਲੜਾਈ, ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ, ਅੰਗਰੇਜ਼ੀ ਸਾਮਰਾਜ ਦਾ ਵਿਸਥਾਰ, ਯੁੱਧਾਂ ਦੁਆਰਾ ਵਿਸਥਾਰ ਕਿਸ ਤਰ੍ਹਾਂ ਕੀਤਾ ਗਿਆ। ਫਿਰ ਅਸੀਂ ਪੜ੍ਹਾਂਗੇ ਅੰਗਰੇਜ਼ਾਂ ਨੇ ਗੋਰਖਾ ਨਾਲ ਯੁੱਧ ਹੋਇਆ, ਹੋਰ ਰਾਜਾਂ ਨੂੰ ਕਿਸ ਤਰ੍ਹਾਂ ਅਧੀਨ ਕੀਤਾ। ਫਿਰ ਅਸੀਂ ਲਾਰਡ ਡਲਹੌਜੀ ਦੁਆਰਾ ਕੀਤੇ ਗਏ ਯਤਨਾਂ ਬਾਰੇ, ਫਿਰ ਅਸੀਂ ਯੁੱਧਾਂ ਦੁਆਰਾ ਵਿਸਥਾਰ ਬਾਰੇ ਪੜ੍ਹਾਂਗੇ। ਫਿਰ ਲੈਪਸ ਦੀ ਨੀਤੀ ਬਾਰੇ ਪੜ੍ਹਾਂਗੇ। ਫਿਰ ਭੈੜੇ ਸ਼ਾਸਨ ਪ੍ਰਬੰਧ ਕਾਰਨ ਮਿਲਾਉਣ ਦਾ ਤਰੀਕਾ, ਖਿਤਾਬ ਅਤੇ ਪੈਨਸ਼ਨਾਂ ਨੂੰ ਬੰਦ ਕਰਨ ਦਾ ਤਰੀਕਾ। ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਪਹੁੰਚਾਂਗੇ ਪਾਠ ਦੇ ਅੰਤ ਵਿੱਚ, ਤਾਂ ਇੱਥੇ ਯਾਦ ਰੱਖਣ ਯੋਗ ਕੁਝ ਗੱਲਾਂ ਦੱਸੀਆਂ ਜਾਂਦੀਆਂ ਹਨ। ਇਹ ਗੱਲਾਂ ਬਹੁਤ ਹੀ ਸਾਰ ਭਰਪੂਰ ਹੁੰਦੀਆਂ ਹਨ ਕਿ ਇਸ ਪਾਠ ਵਿੱਚ ਅਸੀਂ ਕੀ ਪੜ੍ਹਿਆ ਹੈ। ਤੁਸੀਂ ਇਸ ਨੂੰ ਵੀ ਚੰਗੀ ਤਰ੍ਹਾਂ ਪੜ੍ਹਨਾ ਹੈ। ਫਿਰ ਅਸੀਂ ਵੇਖਾਂਗੇ ਕਿ ਅਸੀਂ ਇਹਦੇ ਵਿੱਚ ਪੁਰਤਗਾਲੀ ਕਪਤਾਨ ਵਾਸਕੋ ਡੀ ਗਾਮਾ 27 ਮਈ 1498 ਨੂੰ ਭਾਰਤ ਵਿੱਚ ਕਾਲੀਕਟ ਵਿਖੇ ਪਹੁੰਚਿਆ। ਇਹ ਠੀਕ ਹੈ, ਸਹੀ ਗਲਤ ਕਰ ਰਹੇ ਹਾਂ। ਫਿਰ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ 2 ਯੁੱਧ ਲੜੇ ਗਏ। ਇਹ ਗਲਤ ਹੈ, 3 ਯੁੱਧ ਲੜੇ ਗਏ ਸਨ। ਫਿਰ ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਮੀਰ ਜਾਫਰ ਸੀ। ਇਹ ਗਲਤ ਹੈ, ਉਹ ਨਵਾਬ ਨਹੀਂ ਸਗੋਂ ਸੈਨਾਪਤੀ ਸੀ। ਹੁਣ ਅਸੀਂ ਕਰਾਂਗੇ ਕਿ ਅੰਗਰੇਜ਼ਾਂ ਖਾਲਿਸਤਾਨ ਭਰਾਂਗੇ। ਅੰਗਰੇਜ਼ਾਂ ਸੁਜਾਉਦੌਲਾ ਅਤੇ ਮੁਗਲ ਬਾਦਸ਼ਾਹ ਵਿਚਕਾਰ ਇਲਾਹਾਬਾਦ ਦੀ ਲੜਾਈ ਤੋਂ ਬਾਅਦ 1765 ਈਸਵੀ ਵਿੱਚ ਸੰਧੀ ਹੋਈ। 1772 ਈਸਵੀ ਵਿੱਚ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕਰ ਦਿੱਤੀ ਗਈ। ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ ਸਹਾਇਕ ਪ੍ਰਣਾਲੀ ਸ਼ੁਰੂ ਕੀਤੀ। ਪਿਆਰੇ ਬੱਚਿਓ, ਹੁਣ ਅਸੀਂ ਪਾਠ ਵਿੱਚ ਆਏ ਅਭਿਆਸ ਪ੍ਰਸ਼ਨ ਕਰਾਂਗੇ। ਇਸ ਵਿੱਚ ਸਾਡੇ ਕੋਲ 7 ਪ੍ਰਸ਼ਨ ਇਸ ਪੇਜ ਉੱਪਰ ਹਨ ਅਤੇ 3 ਪ੍ਰਸ਼ਨ ਅਗਲੇ ਪੇਜ ਉੱਪਰ ਹਨ। ਹਾਂਜੀ ਬੱਚਿਓ, ਤੁਸੀਂ ਇਹ ਵਾਲੇ ਪ੍ਰਸ਼ਨ ਆਪਣੀ ਕਾਪੀ ਉੱਪਰ ਸੁੰਦਰ ਲਿਖਾਈ ਵਿੱਚ ਕਰਨੇ ਹਨ। ਇਸ ਵਿੱਚ 7 ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ। ਤੁਸੀਂ ਇਹ ਪ੍ਰਸ਼ਨ ਚੰਗੀ ਤਰ੍ਹਾਂ ਆਪਣੀ ਕਾਪੀ ਉੱਪਰ ਕਰਕੇ ਜਦੋਂ ਸਕੂਲ ਲੱਗਣਗੇ ਤਾਂ ਕਾਪੀ ਚੈੱਕ ਕਰਵਾਉਣੀ ਹੈ। ਜੇਕਰ ਕਿਸੇ ਬੱਚੇ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਮੈਨੂੰ ਮੈਸੇਜ ਕਰ ਸਕਦਾ ਹੈ ਪ੍ਰਸ਼ਨ ਲਿਖ ਕੇ। ਅਤੇ ਸਾਰੇ ਬੱਚੇ ਹੁਣ ਆਪਣਾ ਸੁੰਦਰ ਲਿਖਾਈ ਵਿੱਚ ਕੰਮ ਕਰੋ।